ਵਾਹਿਗੁਰੂ ਵਾਹਿਗੁਰੂ ਜੀ। ਜਾਗਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ। ਝੂਠਾ ਮੋਹ ਮਿਥਿਆ ਪਸਾਰੇ, ਗੁਰ ਕੀ ਬਾਣੀ ਸਿਉ ਰੰਗ ਲਾਏ। ਗੁਰ ਕਿਰਪਾਲ ਹੋਏ ਦੁਖ ਜਾਏ। ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਧਾਨ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। 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 ਤਾਂ ਮੇਰੇ ਮਨ ਪਿਆ ਨਿਧਾਨਾ। ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਪਿਆ ਨਿਧਾਨਾ। ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਹਮ ਧਨਵੰਤ ਭਾਗਟ ਸਚਨਾਏ। ਹਰ ਗੁਣ ਗਾਵੇ ਸਹਿਜ ਸੁਪਾਏ। ਹਰ ਗੁਣ ਗਾਵੇ ਸਹਿਜ ਸੁਪਾਏ। ਤਾਂ ਮੇਰੇ ਮਨ ਪਿਆ ਨਿਧਾਨਾ। ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਪਿਆ ਨਿਧਾਨਾ। ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। रतन लाल जाका कछु न मोल। भरे भंडार अखुट अतोल। भरे भंडार अखुट अतोल। तां मेरे मन पिया निधाना। तां मेरे मन पिया निधाना। पिउ दादे का खोल डिठा खजाना। पिउ दादे का खोल डिठा खजाना। ता
ਤਾਂ ਮੇਰੇ ਮਨ ਪਿਆ ਨਿਧਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ। ਖਾਵੇ ਹਰ ਚਹਿ ਰਲ ਮਿਲ ਪਾਈ, ਟੋਟ ਨ ਆਵੇ ਵਧ ਤੋ ਜਾਈ, ਟੋਟ ਨ ਆਵੇ ਵਧ ਤੋ ਜਾਈ। ਖਾਵੇ ਹਰ ਚਹਿ ਰਲ ਮਿਲ ਪਾਈ, ਟੋਟ ਨ ਆਵੇ ਵਧ ਤੋ ਜਾਈ, ਟੋਟ ਨ ਆਵੇ ਵਧ ਤੋ ਜਾਈ। ਤਾਂ ਮੇਰੇ ਮਨ ਪਿਆ ਨਿਧਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਪਿਆ ਨਿਧਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲੈ ਆਗ ਲਾਏ, ਸੋ ਏਤ ਖਜ਼ਾਨੇ ਲੈ ਆਗ ਲਾਏ। ਤਾਂ ਮੇਰੇ ਮਨ ਪਿਆ ਨਿਧਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਪਿਆ ਨਿਧਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ, ਪਿਉ ਦਾਦੇ ਕਾ ਕੋਲ ਡਿਠਾ ਖਜ਼ਾਨਾ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਇਹ ਤੇਹਾ ਹਉ ਕਰੀ ਵਕਿਆਨ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਗਦ ਕਰ ਸਿਵਤ ਤੁਮਹਾਰੀ, ਆਪ ਲਿਹੋ
ਤੁਮ ਕਥਾ ਸੁਧਾਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਾਚੀ ਬਾਣੀ ਮੀਠੀ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸਾਚੀ ਬਾਣੀ ਮੀਠੀ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਤੀਜਾ। ਮੇਰੇ ਮਨ ਗੁਰ ਆਪਣਾ ਸਾਲਾਹੇ, ਪੂਰਾ ਭਾਗ ਹੋਵੈ ਮੁਖ ਮਸਤਕ। ਸਦਾ ਹਰਿ ਕੇ ਗੁਣ ਗਾਹੇ, ਮੇਰੇ ਮਨ ਗੁਰ ਆਪਣਾ ਸਾਲਾਹੇ। ਪੂਰਾ ਭਾਗ ਹੋਵੈ ਮੁਖ ਮਸਤਕ। ਸਦਾ ਹਰਿ ਕੇ ਗੁਣ ਗਾਹੇ ਰਹਾਉ। ਅੰਮ੍ਰਿਤ ਨਾਮ ਭੋਜਨ ਹਰਿ ਦੇ, ਕੋਟ ਮਧੇ ਕੋਈ ਵਿਰਲਾ ਲੇ। ਜਿਸਨੋ ਆਪਣੀ ਨਾਦਰ ਕਰੇ, ਗੁਰ ਕੇ ਚਾਰਨ ਮਨ ਮਾਹੇ ਵਸਾਏ। ਦੁਖ ਅਨੇਰਾ ਅੰਦਰ ਹੋ ਜਾਏ, ਆਪੇ ਸਾਚਾ ਲੈ ਮਿਲਾਏ। ਗੁਰ ਕੀ ਬਾਣੀ ਸਿਉ ਲਾਏ ਪਿਆਰ, ਐਥੈ ਉਥੈ ਇਹੋ ਆਧਾਰ। ਆਪੇ ਦੇਵਾ ਸਿਰਜਨਹਾਰ, ਸੱਚਾ ਮਨਾਏ ਆਪਣਾ ਭਾਣਾ। ਸੋਈ ਭਗਤ ਸੁਗੜ ਸੁਜਾਣਾ, ਨਾਨਕ ਤਿਸ ਕਾ ਸਦ ਕੁਰਬਾਨਾ। ਸੱਚਾ ਮਨਾਏ ਆਪਣਾ ਭਾਣਾ, ਸੋਈ ਭਗਤ ਸੁਗੜ ਸੁਜਾਣਾ। ਨਾਨਕ ਤਿਨ ਕਾ ਸਦ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਸਤਿਗੁਰੂ
ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਜੁੜ ਮਿਲ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਨੇ। ਸਜੇ ਦੀਵਾਨਾਂ ਵਿੱਚ ਅੰਮ੍ਰਿਤ ਬਾਣੀ ਦੇ ਕੀਰਤਨ ਪਾਠ ਵਿਚਾਰਾਂ ਦਾ ਪ੍ਰਵਾਹ ਨਿਰੰਤਰ ਚੱਲ ਰਿਹਾ ਹੈ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਜੀਵਨ ਨੂੰ ਇਹਨਾਂ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਆਓ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਪਿਆਰ ਸਹਿਤ ਸਰਵਣ ਕੀਤੇ ਨੇ। ਹੁਣ ਸਮਾਂ ਹੈ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਵਿਚਾਰ ਦਾ। ਚੱਲ ਰਹੀ ਸਤਿਗੁਰੂ ਸਾਹਿਬ ਜੀ ਦੀ ਧੁਰਕੀ ਬਾਣੀ ਇਲਾਹੀ ਬਾਣੀ ਦੀ ਜੋ ਲੜੀਵਾਰ ਗੁਰਬਾਣੀ ਵਿਚਾਰ ਕਥਾ ਹੈ, ਆਪ ਜੀ ਨੇ ਉਸ ਪ੍ਰਵਾਹ ਦੇ ਵਿੱਚੋਂ ਪਾਵਨ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਜੀ। ਤੀਸਰੇ ਪਾਤਸ਼ਾਹ ਮਹਾਰਾਜ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਖਸ਼ਿਸ਼ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਜੋ ਰਾਗ ਪ੍ਰਭਾਤੀ ਦੇ ਅੰਦਰ ਅੰਕਿਤ ਨੇ। ਪਾਵਨ ਪੰਨਾ 1334 ਦੇ ਉੱਪਰ ਸ਼ਬਦ ਸੁਭਾਏਮਾਨ ਹੈ। ਸਤਿਗੁਰਾਂ ਨੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਮਹਾਰਾਜ ਦੇ ਪਾਵਨ ਹੁਕਮਾਂ ਨੂੰ ਵਿਚਾਰੀਏ, ਸਮਝੀਏ। ਆਓ ਪਿਆਰ ਤੇ ਸ਼ਰਧਾ ਨਾਲ ਸਤਿਗੁਰੂ ਦੇ ਪਾਵਨ ਦਰ ਤੇ ਫਿਰ ਸੀਸ ਝੁਕਾਈਏ। ਦੂਰ ਦਰਾਡੇ ਇੰਟਰਨੈਟ ਰੇਡੀਓ ਰਾਹੀਂ ਚੈਨਲਾਂ ਰਾਹੀਂ ਆਪ ਸਤਿਗੁਰਾਂ ਦੇ ਦਰ ਨਾਲ ਜੁੜੇ ਹੋ। ਸਾਰੇ ਹੀ ਪਿਆਰ ਤੇ ਸ਼ਰਧਾ ਵਿੱਚ ਆਈਏ। ਜਪੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭਾਤੀ ਮਹੱਲਾ ਤੀਜਾ। ਮੇਰੇ ਮਨ ਗੁਰ ਆਪਣਾ ਸਾਲਾਹੇ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪਾਵਨ ਪਵਿੱਤਰ ਆਰੰਭਕ ਹੁਕਮ ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਕੇਂਦਰੀ ਪੰਕਤੀਆਂ ਨੇ, ਸਾਧ ਸੰਗਤ ਜੀ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਸ ਤਰ੍ਹਾਂ ਜੋ ਸ਼ਬਦ ਦੇ ਅੰਦਰ ਰਹਾਉ ਦੀਆਂ ਕੇਂਦਰੀ ਪੰਕਤੀਆਂ ਆਈਆਂ ਨੇ, ਉਹ ਸ਼ਬਦ ਦਾ ਕੇਂਦਰੀ ਭਾਵ ਮਰਕਜ਼ ਹੋਇਆ ਕਰਦਾ ਹੈ। ਸ਼ਬਦ ਦਾ ਧੁਰਾ ਹੈ। ਬਾਕੀ ਸ਼ਬਦ ਦੇ ਅੰਦਰ ਵਿਆਖਿਆ ਰੂਪ ਅੰਦਰ ਸਤਿਗੁਰਾਂ ਦੇ ਬਚਨ ਹੁੰਦੇ ਨੇ। ਸੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ। ਮਨੁੱਖੀ ਮਨ ਵਾਰ-ਵਾਰ ਇਸ ਨੂੰ ਹੀ ਸੰਬੋਧਨ ਸਤਿਗੁਰਾਂ ਨੇ ਗੁਰਬਾਣੀ ਅੰਦਰ ਕੀਤਾ ਹੈ। ਜਦੋਂ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ, ਮਨ ਗੁਰ ਮਿਲ ਕਾਜ ਸਵਾਰੇ, ਔਰ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਿ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਨ। ਵਾਰ-ਵਾਰ ਮਨ ਨੂੰ ਹੀ ਕਿਉਂ ਮਹਾਰਾਜ ਨੇ ਸੰਬੋਧਨ ਕੀਤਾ ਹੈ?
ਮਨ ਨੂੰ ਹੀ ਸੁਚੇਤ ਕੀਤਾ ਹੈ ਔਰ ਮਨ ਨੂੰ ਕਈ ਤਰ੍ਹਾਂ ਉਦਾਹਰਨਾਂ ਦੇ ਕੇ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਅੰਦਰ ਦਰਸਾਇਆ ਹੈ। ਮਨ ਹਾਥੀ ਦੀ ਤਰ੍ਹਾਂ ਹੈ ਔਰ ਇਹ ਮਨ ਇੱਕ ਪੰਛੀ ਦੀ ਤਰ੍ਹਾਂ ਹੈ। ਕਬੀਰ ਜੀ ਦੇ ਪਾਵਨ ਬਚਨ ਆਪਾਂ ਅਕਸਰ ਪੜ੍ਹਦੇ ਹਾਂ ਕਿ ਇਹ ਮਨ ਜਿਹੜਾ ਉਸ ਪੰਛੀ ਦੀ ਤਰ੍ਹਾਂ ਉਡਾਰੀਆਂ ਲਾਉਂਦਾ ਹੈ। ਜਿਵੇਂ ਉੱਡਦਾ ਹੋਇਆ ਪੰਛੀ ਆਕਾਸ਼ ਵਿੱਚ ਕਦੋਂ ਤੇ ਕਿੱਥੇ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ। ਉਡਾਰੀਆਂ ਮਾਰਦਿਆਂ ਹੋਇਆਂ ਜਿੱਥੇ ਕਿਤੇ ਉਸ ਨੂੰ ਚੋਗਾ ਦਿਸਦਾ ਹੈ ਉਹ ਜਾ ਕੇ ਉਸੇ ਥਾਂ ਤੇ ਬੈਠ ਜਾਂਦਾ ਹੈ। ਔਰ ਪੰਛੀ ਦਾ ਸੁਭਾਅ ਹੈ ਉਡਾਰੀਆਂ ਮਾਰਦੇ ਰਹਿਣਾ। ਕਈ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਪੰਛੀ ਨੇ, ਜਦੋਂ ਆਪਾਂ ਪੰਛੀਆਂ ਦੀ ਦੁਨੀਆ ਅੰਦਰ ਪੜ੍ਹਾਂਗੇ ਦੇਖਾਂਗੇ, ਹਜ਼ਾਰਾਂ ਮੀਲ ਚੱਲ ਕੇ ਸਮੇਂ ਤੇ ਰੁੱਤ ਦੇ ਅਨੁਸਾਰ ਦੂਰ ਦੁਰਾਡੇ ਬਲਕਿ ਇੱਕ ਦੇਸ਼ ਨੂੰ ਛੱਡ ਕੇ ਕਈ ਦੇਸ਼ਾਂ ਨੂੰ ਪਾਰ ਲੰਘ ਕੇ ਵੀ ਉਹ ਚਲੇ ਜਾਂਦੇ ਨੇ। ਜੈਸੇ ਪੰਜਾਬ ਦੀ ਧਰਤੀ ਤੇ, ਭਾਰਤ ਦੀ ਧਰਤੀ ਤੇ ਨਦੀਆਂ ਤੇ ਸਮੁੰਦਰ ਝੀਲਾਂ ਨੇ, ਉੱਥੇ ਬਹੁਤ ਸਾਰੇ ਵਿਦੇਸ਼ੀ ਪੰਛੀ ਜਿਹੜੇ ਨੇ ਰੁੱਤ ਦੇ ਮੁਤਾਬਕ ਹਰ ਸਾਲ ਆਉਂਦੇ ਨੇ ਫਿਰ ਚਲੇ ਜਾਂਦੇ ਨੇ। ਕੁਦਰਤ ਨੇ ਉਹਨਾਂ ਨੂੰ ਸੂਖਮ ਗਿਆਨ ਬਖਸ਼ਿਆ ਹੈ, ਪਰਮਾਤਮਾ ਨੇ ਸੋਝੀ ਬਖਸ਼ੀ ਹੈ ਔਰ ਜਿੱਥੇ ਜਿੱਥੇ ਉਹਨਾਂ ਦਾ ਚੋਗ ਖਿਲਾਰਿਆ ਉੱਥੋਂ ਜਾ ਕੇ ਚੁਗਦੇ ਨੇ। ਕਬੀਰ ਜੀ ਕਹਿੰਦੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਮਨੁੱਖੀ ਮਨ ਦੀ ਹਾਲਤ ਵੀ ਪੰਛੀ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਦਾ ਇਹ ਮਨੁੱਖ ਦਾ ਮਨ ਹੈ, ਅੱਜ ਸਾਡਾ ਮਨ ਸਤਿਗੁਰਾਂ ਦੇ ਪਾਵਨ ਦਰ ਤੇ ਅਸੀਂ ਸਰੀਰ ਰੂਪ ਅੰਦਰ ਬੈਠੇ ਹਾਂ। ਵੱਡਿਆਂ ਭਾਗਾਂ ਵਾਲੇ ਨੇ ਉਹ ਗੁਰਮੁਖ ਜਿਹੜੇ ਮਨ ਕਰਕੇ ਜੁੜਦੇ ਨੇ ਔਰ ਜਿਨ੍ਹਾਂ ਦਾ ਮਨ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਂਦਾ। ਨਹੀਂ ਤੇ ਬਹੁ ਗਿਣਤੀ ਸੰਗਤ ਜੀ ਸਾਡਾ ਮਨ ਵੀ ਉਡਾਰੀਆਂ ਮਾਰਦਾ ਹੈ। ਸਰੀਰ ਇੱਥੇ ਹੈ, ਮਨ ਕਿਤੇ ਹੋਰ ਉਡਾਰੀਆਂ ਲਾ ਰਿਹਾ ਹੈ। ਇਹੀ ਕਾਰਨ ਹੈ ਇਸ ਉੱਡਦੇ ਹੋਏ ਮਨ ਨੂੰ, ਇਸ ਮਨੁੱਖੀ ਮਨ ਦੀ ਉਸ ਦਸ਼ਾ ਨੂੰ ਦੇਖ ਕੇ ਮਹਾਰਾਜ ਨੇ ਇਹ ਬਚਨ ਕਹੇ ਨੇ, ਮੇਰੇ ਮਨ ਗੁਰ ਆਪਣਾ ਸਲਾਹੇ। ਹੇ ਮੇਰੇ ਮਨ ਸਲਾਹੇ, ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੀਆਂ ਵਡਿਆਈਆਂ ਕਰ, ਪਰਮਾਤਮਾ ਦੀ ਯਾਦ ਵਿੱਚ ਜੁੜ, ਪ੍ਰਭੂ ਦੀਆਂ ਵਡਿਆਈਆਂ, ਮਾਲਕ ਦੀ ਉਸਤਤ ਕਰਨੀ। ਹਜ਼ੂਰ ਕਹਿੰਦੇ ਸਦਾ ਆਪਣੇ ਸਤਿਗੁਰੂ ਦੀ ਸ਼ੋਭਾ ਕਰਿਆ ਕਰ। ਮਹਾਰਾਜ ਕਿਰਪਾ ਕਰਦੇ ਨੇ, ਪੂਰਾ ਭਾਗ ਹੋਵੈ ਮੁਖ ਮਸਤਕ, ਸਦਾ ਹਰ ਕੇ ਗੁਣ ਗਾਹੇ। ਹਜ਼ੂਰ ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ, ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਪ੍ਰਮਾਤਮਾ ਦੇ ਗੁਣਾਂ ਵਿੱਚ ਚੁੱਭੀ ਲਾਇਆ ਕਰ। ਕਿਉਂ? ਮਹਾਰਾਜ ਦੇ ਬਚਨ ਨੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਮਹਾਰਾਜ ਕਹਿੰਦੇ ਇਸ ਅੰਮ੍ਰਿਤ ਬਾਣੀ ਦੇ ਅੰਦਰ, ਇਸ ਅਥਾਹ ਸਮੁੰਦਰ ਦੇ ਵਿੱਚ ਬਹੁਤ ਸਾਰੇ ਰਤਨ ਜਵਾਹਰ ਮਾਣਕ ਹੀਰੇ ਨੇ। ਕੋਈ ਵਿਰਲਾ ਹੈ ਜਿਹੜਾ ਆਤਮਿਕ ਚੁੱਭੀ ਲਾਉਂਦਾ ਹੈ, ਉਹਨਾਂ ਰਤਨਾਂ ਨੂੰ ਪ੍ਰਾਪਤ ਕਰਦਾ ਹੈ। ਮਹਾਰਾਜ ਕਹਿੰਦੇ ਤੇਰੇ ਮਸਤਕ ਦੇ ਉੱਪਰ ਤੇਰੀ ਜਿਹੜੀ ਕਿਸਮਤ ਹੈ ਉਹ ਜਾਗ ਪਵੇਗੀ।
ਮਸਤਕ ਦੇ ਲੇਖ ਜਿਹੜੇ ਨੇ ਉਹ ਸਿੱਧੇ ਹੋ ਜਾਣਗੇ। ਕਦੋਂ? ਜਦੋਂ ਗੁਰੂ ਕੀ ਵਡਿਆਈ, ਪ੍ਰਭੂ ਦੀ ਵਡਿਆਈ ਵਿੱਚ ਇਸ ਮਨ ਨੂੰ ਜੋੜ ਲਵਾਂਗੇ। ਇਸੇ ਲਈ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਜਿਹੜਾ ਜੁੜ ਜਾਵੇ, ਜੁੜਿਆ ਹੋਇਆ ਮਨ, ਜੁੜਿਆ ਹੋਇਆ ਤਨ ਜਿਹੜਾ ਹੈ, ਉਹ ਮਾਲਕ ਦੀ ਕਿਰਪਾ ਦੇ ਨਾਲ ਉਹ ਕੁਝ ਪ੍ਰਾਪਤ ਕਰ ਲੈਂਦਾ ਹੈ ਜਿਸ ਦੀ ਇੱਛਾ ਹਰ ਦੁਨੀਆ ਦੇ ਅੰਦਰ ਮਨੁੱਖ ਨੂੰ ਅੱਜ ਵੀ ਹੈ। ਇੱਕ ਮਨੁੱਖੀ ਇੱਛਾ ਹੈ, ਮਨੁੱਖੀ ਲਾਲਸਾ ਹੈ ਸੰਸਾਰ ਦੇ ਅੰਦਰ ਕਿ ਹਰ ਕੋਈ ਮੇਰਾ ਮਿੱਤਰ ਬਣ ਜਾਵੇ। ਦੁਨੀਆ ਦੇ ਅੰਦਰ ਕੋਈ ਵੀ ਦੁਸ਼ਮਣ ਨਹੀਂ ਚਾਹੁੰਦਾ, ਵਿਰੋਧੀ ਨਹੀਂ ਚਾਹੁੰਦਾ। ਔਰ ਮਹਾਰਾਜ ਕਹਿੰਦੇ ਨੇ ਹਰਸਿਓ ਜੁਰੈ ਤਾਂ ਸਭ ਕੋ ਮੀਤ। ਜੇ ਹਰੀ ਪਰਮੇਸ਼ਰ ਨਾਲ ਜੁੜ ਜਾਵਾਂਗੇ ਤਾਂ ਹਰ ਕੋਈ ਮਿੱਤਰ ਬਣ ਜਾਵੇਗਾ। ਇਹ ਵੀ ਮਨੁੱਖ ਦੀ ਇੱਛਾ ਹੈ ਕਿ ਭਟਕਦਾ ਹੋਇਆ ਮਨ ਟਿਕ ਜਾਵੇ, ਸਥਿਰ ਹੋ ਜਾਵੇ। ਤਾਂ ਹਜ਼ੂਰ ਦੇ ਬਚਨ ਨੇ ਹਰਸਿਓ ਜੁਰਾਏ ਤਾਂ ਨਿਹਚਲ ਚੀਤ। ਜੇ ਮਾਲਕ ਦੇ ਚਰਨ ਕਮਲਾਂ ਨਾਲ ਜੁੜ ਜਾਵਾਂਗੇ, ਮੇਰੇ ਮਨ ਗੁਰ ਆਪਣਾ ਸਾਲਾਹੇ। ਜਦੋਂ ਸਤਿਗੁਰੂ ਦੀ ਸ਼ੋਭਾ ਤੇ ਵਡਿਆਈ ਕਰਾਂਗੇ, ਜਦੋਂ ਮਾਲਕ ਦੀ ਵਡਿਆਈ ਵਿੱਚ ਜੜਾਂਗੇ, ਜਿਹੜੇ ਮਹਾਰਾਜ ਦੇ ਬਚਨ ਨੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ। ਫਿਰ ਮਹਾਰਾਜ ਕਹਿੰਦੇ ਹਰਸੋਂ ਜੁਰਾਏ ਤਾਂ ਨਿਹਚਲ ਚੀਤ। ਔਰ ਇੱਕ ਸਮੱਸਿਆ ਹੈ ਸਮੁੱਚੀ ਮਨੁੱਖਤਾ ਦੀ। ਮਨੁੱਖ ਨੂੰ ਚਿੰਤਾਵਾਂ ਨੇ, ਮਨੁੱਖ ਨੂੰ ਝੋਰੇ ਨੇ, ਮਨੁੱਖ ਨੂੰ ਬਹੁਤ ਸਾਰੇ ਦੁੱਖਾਂ ਨੇ, ਕਲੇਸ਼ਾਂ ਨੇ ਘੇਰਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਚਿੰਤਤ ਹੀ ਦੀਸੈ ਸਭ ਕੋਏ। ਸਾਰੇ ਚਿੰਤਾਤਰ ਦਿਸਦੇ ਨੇ ਤਾਂ ਉੱਤੇ ਹਜ਼ੂਰ ਦੇ ਬਚਨ ਚੇਤੈ ਏਕ ਤਹੀਂ ਸੁਖ ਹੋਏ। ਇੱਕ ਪ੍ਰਮਾਤਮਾ ਨੂੰ ਯਾਦ ਕਰਾਂਗੇ ਤੇ ਸੁਖ ਨੇ। ਹਜ਼ੂਰ ਕਹਿੰਦੇ ਹਰਸਿਓ ਜੁਰੈ ਤਾਂ ਨਿਹਚਲ ਚੀਤ। ਹਰਸਿਓ ਜੁਰੈ ਨਾ ਵਿਆਪੈ ਕਾੜਾ। ਕੋਈ ਚਿੰਤਾ ਝੋਰੇ ਨਹੀਂ ਵਿਆਪਦੇ। ਫਿਰ ਇੱਕ ਮਨੁੱਖੀ ਇੱਛਾ ਆਖਰੀ ਹੈ ਜੀਵਨ ਦੀ ਕਿ ਮੈਨੂੰ ਮੁਕਤੀ ਮਿਲ ਜਾਵੇ, ਜਨਮ ਤੇ ਮਰਨ ਦਾ ਗੇੜ ਖਤਮ ਹੋ ਜਾਵੇ। ਤਾਂ ਹਜ਼ੂਰ ਦੇ ਪਾਵਨ ਬਚਨ ਨੇ ਹਰਸਿਓ ਜੁਰਾਏ ਤਾਂ ਹੋਏ ਨਿਸਤਾਰਾ। ਫਿਰ ਉੱਥੇ ਮਹਾਰਾਜ ਨੇ ਬਚਨ ਕਹੇ ਨੇ, ਜੈਸੇ ਇੱਥੇ ਬਚਨ ਨੇ ਮਹਾਰਾਜ ਦੇ ਮੇਰੇ ਮਨ ਗੁਰ ਆਪਣਾ ਸਲਾਹੇ। ਉੱਥੇ ਹਜ਼ੂਰ ਕਹਿੰਦੇ ਰੇ ਮਨ ਮੇਰੇ ਤੂੰ ਹਰਸਿਓ ਜੋਰ, ਕਾਜ ਤੁਹਾਰੈ ਨਾਹੀ ਹੋਰ। ਮਾਲਕ ਪਰਮੇਸ਼ਰ ਨਾਲ ਜੁੜ ਜਾ। ਮਾਲਕ ਦੀ ਸ਼ੋਭਾ ਤੇ ਵਡਿਆਈ ਵਿੱਚ ਜੁੜ ਕੇ ਪਰਮੇਸ਼ਰ ਦੀ ਬੰਦਗੀ ਕਰਕੇ ਇਸ ਮਨੁੱਖੀ ਜੀਵਨ ਨੂੰ ਸਫਲ ਬਣਾ ਲੈ। ਮਹਾਰਾਜ ਇੱਥੇ ਕਿਰਪਾ ਕਰਦੇ ਨੇ ਇਹ ਸਾਰਾ ਕੁਝ ਕਰਨ ਦੇ ਨਾਲ ਪੂਰਾ ਭਾਗ ਹੋਵੇ ਮੁਖ ਮਸਤਕ, ਸਦਾ ਹਰ ਕੇ ਗੁਣ ਗਾਹੇ। ਮਹਾਰਾਜ ਕਿਰਪਾ ਕਰਦੇ ਨੇ ਕਿ ਮਸਤਕ ਦੇ ਭਾਗ ਜਾਗ ਪੈਂਦੇ ਨੇ। ਔਰ ਮਨੁੱਖ ਦੇ ਜੀਵਨ ਅੰਦਰ ਜਦੋਂ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ, ਆਤਮਕ ਚੁੱਭੀ ਲਾਉਂਦਾ ਹੈ ਇਸ ਪਾਵਨ ਅੰਮ੍ਰਿਤ ਸਰੋਵਰ ਦੇ ਅੰਦਰ। ਔਰ ਗੁਣਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਨੇ ਜੀਵਨ ਦੇ ਅੰਦਰ ਗੁਣ ਪ੍ਰਾਪਤ ਕਰਕੇ ਮਨੁੱਖ ਗੁਣੀ ਨਿਧਾਨ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦਾ ਹੈ। ਫਿਰ ਮਨੁੱਖ ਦੇ ਮਸਤਕ ਦੇ ਭਾਗ ਮਨ ਉਦੇ ਹੋ ਗਏ ਜਦੋਂ ਮਾਲਕ ਦੀ ਵਡਿਆਈ ਤੇ ਕੀਰਤੀ ਰਸਨਾ ਤੇ ਚੱਲ ਪਈ। ਅੱਗੇ ਹਜ਼ੂਰ ਕਿਰਪਾ ਕਰਦੇ ਰਹਾਓ ਵਿਸਰਾਮ ਦੇ ਕੇ ਅੰਮ੍ਰਿਤ ਨਾਮ ਭੋਜਨ ਹਰ ਦੇ, ਕੋਟ ਮੱਧੇ ਕੋਈ ਵਿਰਲਾ ਲੇ। ਹਜ਼ੂਰ ਫਿਰ ਕਿਰਪਾ ਕਰਦੇ ਨੇ। ਅੰਮ੍ਰਿਤ ਦਾ ਅਰਥ ਹੈ ਜੀ ਆਤਮਕ ਜੀਵਨ ਦੇਣ ਵਾਲਾ ਉਹ ਮਹਾਨ ਬਖਸ਼ਿਸ਼। ਅੰਮ੍ਰਿਤ
ਸਤਿਗੁਰਾਂ ਨੇ ਗੁਰਬਾਣੀ ਅੰਦਰ ਸ਼ਬਦ ਵਰਤਿਆ ਹੈ, ਜਿਸ ਦਾ ਵਿਦਵਾਨਾਂ ਨੇ ਅਰਥ ਕੀਤੇ ਨੇ ਅਮਰ। ਉਹ ਆਨੰਦ, ਉਹ ਰਸ ਜਿਹੜਾ ਕਦੀ ਮੁੱਕ ਨਹੀਂ ਸਕਦਾ। ਔਰ ਮਹਾਰਾਜ ਦੀ ਪਾਵਨ ਬਾਣੀ ਅੰਦਰ ਭਗਤਾਂ ਦੇ ਬਚਨੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ। ਇਹ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹੈ ਜਨ ਭੀਖਨ, ਪਾਵੋ ਮੋਖ ਦੁਆਰਾ। ਮੁਕਤੀ ਦਾ ਦੁਆਰਾ ਮਿਲਦਾ ਹੈ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਹਜੂਰ ਬਖਸ਼ਿਸ਼ ਕਰਦੇ ਨੇ ਗੁਰੂ ਅਮਰਦਾਸ ਸਾਹਿਬ ਜੀ। ਮਹਾਰਾਜ ਦੇ ਪਾਵਨ ਬਚਨ ਸਾਹਿਬ ਕਹਿੰਦੇ, ਜਿਨ੍ਹਾਂ ਤੇ ਪਰਮੇਸ਼ਰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਜੀਵ ਨੂੰ, ਉਸ ਮਨੁੱਖ ਨੂੰ ਉਹਦੀ ਜਿੰਦ ਵਾਸਤੇ ਇਹ ਪਰਮੇਸ਼ਰ ਦਾ ਨਾਮ ਜਿਹੜਾ ਖੁਰਾਕ ਹੈ, ਆਪਣਾ ਆਤਮਿਕ ਜੀਣ ਵਾਲਾ ਨਾਮ ਬਖਸ਼ਦਾ ਹੈ। ਮਾਨੋ ਇਹ ਭੋਜਨ ਹੈ, ਪਰ ਸਾਹਿਬ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਮਨੁੱਖ ਹੈ ਜਿਹੜਾ ਇਸ ਦਾਤ ਨੂੰ ਪ੍ਰਾਪਤ ਕਰਦਾ। ਕੋਟ ਮੱਧੇ ਕੋਈ ਵਿਰਲਾ ਲੇ, ਜਿਸਨੂੰ ਆਪਣੀ ਨਦਰ ਕਰੇ। ਜਿਹਦੇ ਤੇ ਮਾਲਕ ਦੀ ਨਦਰ ਹੁੰਦੀ ਹੈ, ਉਹ ਇਸ ਦਾਤ ਨੂੰ ਪ੍ਰਾਪਤ ਕਰਦਾ। ਇਸੇ ਲਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਨੂੰ ਦੇਵਤੇ ਮੁਨੀ ਸਾਰੇ ਲੱਭਦੇ ਰਹੇ, ਉਹ ਅੰਮ੍ਰਿਤ ਦੀ ਦਾਤ ਨਾਮ ਰੂਪ ਅੰਦਰ ਅਤੇ ਪੰਜਾਂ ਦੇ ਪਾਸੋਂ ਮਹਾਰਾਜ ਕਹਿੰਦੇ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੋਈ। ਸਿੱਖ ਨੂੰ ਦਸ਼ਮੇਸ਼ ਪਿਤਾ ਜੀ ਦਾ ਹੁਕਮ ਹੈ, ਭਾਵੇਂ ਮਰਦ ਹੈ, ਇਸਤਰੀ ਹੈ, ਬੱਚਾ ਹੈ, ਜਵਾਨ ਹੈ, ਗੁਰੂ ਕਾ ਅੰਮ੍ਰਿਤ ਪਾਨ ਕਰਕੇ ਪੰਜ ਕਕਾਰਾਂ ਦਾ ਧਾਰਨੀ ਹੋ ਕੇ ਜੀਵਨ ਜੀਵੇ ਤਾਂ ਜੀਵਨ ਅਮਰ ਬਣ ਜਾਂਦਾ ਹੈ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਪਰ ਹੈਨ ਵਿਰਲੇ ਨਾਹੀ ਕਣੇ, ਜਗ ਮੈਂ ਉੱਤਮ ਕਾਂਢੀਐ, ਵਿਰਲੇ ਕੇਈ ਕੇ। ਜਿਹੜੇ ਫਿਰ ਛਕਦੇ ਨੇ, ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੂ। ਮਹਾਰਾਜ ਹੁਣ ਕਿਰਪਾ ਕਰਦੇ ਨੇ। ਅੱਗੇ ਸਾਹਿਬ ਕਹਿੰਦੇ ਨੇ, ਗੁਰ ਕੇ ਚਰਨ ਮਨ ਮਾਹੇ ਵਸਾਏ, ਦੁੱਖ ਅੰਧੇਰਾ ਹਨੇਰਾ ਅੰਦਰ ਹੋ ਜਾਏ, ਆਪੇ ਸਾਚਾ ਲਏ ਮਿਲਾਏ। ਸਾਹਿਬ ਕਹਿੰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਦੇ ਸੋਹਣੇ ਚਰਨ ਮਨ ਅੰਦਰ ਟਿਕਾ ਲਏ, ਭਾਵ ਸ਼ਬਦ ਨੂੰ ਟਿਕਾ ਲਿਆ। ਸਾਹਿਬ ਕਹਿੰਦੇ, ਇਸ ਤਰ੍ਹਾਂ ਮਨ ਵਿੱਚੋਂ ਹਰੇਕ ਜਿਹੜਾ ਦੁੱਖ ਹੈ ਉਹ ਦੂਰ ਹੁੰਦਾ ਹੈ। ਔਰ ਆਤਮਿਕ ਜੀਵਨ ਵੱਲੋਂ ਮਨੁੱਖ ਨੂੰ ਜਿਹੜਾ ਬੇਸਮਝੀ ਦਾ ਹਨੇਰਾ ਹੈ, ਅਗਿਆਨਤਾ ਦਾ ਹਨੇਰਾ ਹੈ, ਉਹ ਦੂਰ ਹੋ ਜਾਂਦਾ ਹੈ ਤੇ ਸਦਾ ਕਾਇਮ ਰਹਿਣ ਵਾਲਾ ਪਰਮੇਸ਼ਰ ਆਪ ਜੀਵ ਨੂੰ ਆਪਣੇ ਵਿੱਚ ਮਿਲਾ ਦਿੰਦਾ ਹੈ। ਕਦੋਂ ਜੀ? ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਮਾਲਕ ਦੀ ਕਿਰਪਾ ਹੋ ਜਾਂਦੀ, ਦੀਵਾ ਬਲੈ ਅੰਧੇਰਾ ਜਾਏ। ਜਦੋਂ ਗਿਆਨ ਰੂਪੀ ਦੀਪਕ ਜਗਦਾ ਹੈ, ਅਗਿਆਨਤਾ ਰੂਪੀ ਹਨੇਰਾ ਜਿਹੜਾ ਹੈ ਜੀਵਨ ਦੇ ਵਿੱਚੋਂ ਦੂਰ ਹੋ ਜਾਂਦਾ ਹੈ, ਸਦਾ ਲਈ ਖਤਮ ਹੁੰਦਾ ਹੈ। ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਗੁਰ ਕੀ ਬਾਣੀ ਸਿਉ ਲਾਏ ਪਿਆਰ, ਐਥੈ ਉਥੈ ਇਹੋ ਆਧਾਰ, ਆਪੇ ਦੇਵਾ ਸਿਰਜਨਹਾਰ। ਹੁਣ ਮਹਾਰਾਜ ਨੇ ਕਿਰਪਾ ਕਰ ਦਿੱਤੀ, ਕੁਦਰਤੀ ਚੱਲਦੇ ਹੋਏ ਲੜੀਵਾਰ ਇਸ ਮਹਾਰਾਜ ਦੀ ਬਖਸ਼ਿਸ਼ ਵਿੱਚੋਂ ਗੁਰਬਾਣੀ ਦੀ ਇਸ ਵਡਿਆਈ ਤੇ ਸ਼ੋਭਾ ਦੇ ਇਹ ਪਾਵਨ ਅੰਮ੍ਰਿਤ ਬਚਨ ਸਤਿਗੁਰਾਂ ਨੇ ਬਖਸ਼ੇ ਨੇ। ਅੱਜ ਇਸ ਗੁਰੂ ਘਰ ਦੇ ਅੰਦਰੋਂ ਉਹ ਮਹਾਨ ਕਾਰਜ ਦੀ ਆਰੰਭਤਾ ਹੋਈ ਹੈ। ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ ਹੋ ਕਿ ਹਰ ਸਿੱਖ ਜਿਹੜਾ ਹੈ ਉਹ ਧੁਰ ਕੀ ਬਾਣੀ ਦਾ ਸ੍ਰੀ ਸਹਿਜ ਪਾਠ ਕਰੇ, ਕਿਉਂਕਿ ਪੈਸੇ ਦੇ ਕੇ, ਧਨ ਦੇ ਕੇ ਤੇ ਆਪਾਂ ਬਹੁਤ ਪਾਠ ਕਰਵਾ ਲਏ, ਬਹੁਤ ਸਾਰੀਆਂ ਲੜੀਆਂ ਚੱਲ ਰਹੀਆਂ ਨੇ। ਔਰ ਸਚਾਈ ਸੰਗਤ ਜੀ ਇਹ ਹੈ,
ਪਾਠ ਅਸੀਂ ਘਰਾਂ ਵਿੱਚ ਆਰੰਭ ਕਰਵਾ ਲੈਂਦੇ ਹਾਂ ਔਰ ਸੁਣਨ ਲਈ 1 ਮਿੰਟ ਵੀ ਸਾਡੇ ਕੋਲ ਸਮਾਂ ਨਹੀਂ। ਖਿਮਾ ਕਰਨੀ, ਬਲਕਿ ਕਿਤੇ ਭਾਈ ਸਾਹਿਬ ਸੌ ਨਾ ਜਾਵੇ, ਕਿਤੇ ਆ ਨਾ ਹੋ ਜਾਵੇ, ਕੈਮਰੇ ਲਾ ਕੇ ਆਪਣੇ ਕਮਰਿਆਂ ਵਿੱਚ ਬੈਠ ਕੇ ਭਾਈ ਸਾਹਿਬ 'ਤੇ ਜ਼ਰੂਰ ਅਸੀਂ ਨਿਗਾਹ ਰੱਖਦੇ ਹਾਂ। ਨੇੜੇ ਬਹਿ ਕੇ ਪਾਠ ਸੁਣਨ ਲਈ ਅਸੀਂ ਕੋਈ ਵੀ ਤਿਆਰ ਨਹੀਂ। ਇਹ ਅੱਜ ਦਾ ਸੱਚ ਹੈ। ਮਾਲਕ ਕਿਰਪਾ ਕਰਨ, ਗੁਰੂ ਘਰ ਸਨਹੋਜੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਉਹਨਾਂ ਜੀਵਨ ਦੇ ਅੰਦਰ ਸਾਰੇ ਇੱਕ ਸ੍ਰੀ ਸਹਿਜ ਪਾਠ ਕਰ ਲੈਣ। ਵੈਸੇ ਤਾਂ ਸਿੱਖ ਰਹਿਤ ਮਰਜ਼ਾਦਾ ਅੰਦਰ ਅੰਕਿਤ ਹੈ, ਹਰ ਸਿੱਖ ਰੋਜ਼ਾਨਾ ਧੁਰ ਕੀ ਬਾਣੀ ਦਾ ਪਾਠ ਜਿਹੜਾ ਹੈ ਕਰਦਾ ਰਹੇ ਨਿਤਨੇਮ ਤੋਂ ਇਲਾਵਾ। ਔਰ ਗੁਰਮੁਖ ਮਹਾਂਪੁਰਖਾਂ ਦਾ ਜਦੋਂ ਜੀਵਨ ਦੇਖਦੇ ਹਾਂ, ਵੱਡੀਆਂ ਸ਼ਖਸੀਅਤਾਂ ਦਾ, ਤਾਂ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਵਿਦਿਆਰਥੀ ਇਹ ਗੱਲ ਦੱਸਦੇ ਨੇ ਕਿ ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਗੁਰਬਾਣੀ ਦੀ ਸੰਥਿਆ ਕਰਵਾਉਣੀ, ਗੁਰਬਾਣੀ ਦਾ ਅਧਿਐਨ ਕਰਾਉਣਾ, ਛੋਟੇ ਗ੍ਰੰਥਾਂ ਦਾ ਪਾਠ ਪਠਨ ਕਰਵਾਉਣਾ, ਕਥਾ ਕਰਨੀ, ਉੱਥੇ ਰੋਜ਼ਾਨਾ ਉਹਨਾਂ ਨੇ 5 ਅੰਗ ਜਿਹੜੇ ਸਨ ਆਪ ਆਪਣੇ ਪਾਠ ਦੇ ਨਿੱਜੀ ਤੌਰ 'ਤੇ ਬੈਠ ਕੇ ਕਰਨੇ। ਔਰ ਮਹਾਰਾਜ ਦੀ ਬਖਸ਼ਿਸ਼ ਰਹੀ ਹੈ। ਪਿਛਲੇ ਦਿਨੀ ਸਿੰਘ ਸਾਹਿਬ, ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਸਾਹਿਬ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ, ਮੈਨੂੰ ਬਹੁਤ ਨੇੜੇ ਹੋ ਕੇ ਉਹਨਾਂ ਨੂੰ ਦੇਖਣ ਦਾ ਸਮਾਂ ਮਿਲਿਆ। ਔਰ ਉਹਨਾਂ ਨੇ ਜੀਵਨ ਦੇ ਹਰ ਪਲ ਵਿੱਚ ਰੋਜ਼ਾਨਾ ਜਿੱਥੇ ਆਪਣਾ ਨਿਤਨੇਮ ਸੁਖਨੀ ਸਾਹਿਬ ਦਾ ਪਾਠ, ਉੱਥੇ ਇੱਕ ਸਹਿਜ ਪਾਠ ਰੋਜ਼ਾਨਾ ਉਹ ਕੁਝ ਨਾ ਕੁਝ 5 ਜਾਂ 10 ਅੰਗ ਜਿਹੜੇ ਕਰਦੇ ਸਨ। ਜਿਸ ਦਿਨ ਉਹਨਾਂ ਦਾ ਚਲਾਣਾ ਹੋਇਆ, ਉਸ ਦਿਨ ਵੀ ਸ੍ਰੀ ਸਹਿਜ ਪਾਠ ਕਰਦਿਆਂ ਕਰਦਿਆਂ ਅਚਾਨਕ ਤਕਲੀਫ ਆਈ, ਹਸਪਤਾਲ ਗਏ, ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ। ਬਾਕੀ ਦਾ ਸਹਿਜ ਪਾਠ ਦਾਸ ਨੇ ਉਹਨਾਂ ਦਾ ਸੰਪੂਰਨ ਕੀਤਾ ਸੀ, ਨਿਸ਼ਾਨੀ ਲੱਗੀ ਸੀ। ਕਹਿਣ ਤੋਂ ਭਾਵ ਕਿ ਜੀਵਨ ਦੇ ਅੰਦਰ ਬਾਕੀ ਸਾਰਾ ਕੁਝ ਆਪਾਂ ਨੂੰ ਮਿਲ ਸਕਦਾ, ਧਨ ਪਦਾਰਥ ਇੱਕ ਦੂਸਰੇ ਤੋਂ ਲੈ ਸਕਦੇ ਹਾਂ, ਖਰੀਦ ਸਕਦੇ ਹਾਂ, ਪਰ ਆਤਮਾ ਦੇ ਲਈ ਮਾਲਕ ਨੇ ਜੋ ਸਾਨੂੰ ਬਖਸ਼ਿਸ਼ ਕਰਨੀ ਹੈ ਉਹ ਅੰਮ੍ਰਿਤ ਬਾਣੀ ਹੈ। ਇੱਥੇ ਮਹਾਰਾਜ ਦੇ ਪਾਵਨ ਬਚਨੇ, ਗੁਰ ਕੀ ਬਾਣੀ ਸੋ ਲਾਏ ਪਿਆਰ, ਇੱਥੈ ਉੱਥੈ ਇਹੋ ਆਧਾਰ। ਮਹਾਰਾਜ ਕਹਿੰਦੇ ਜਿਹੜੇ ਜੀਵ ਸਤਿਗੁਰੂ ਦੀ ਬਾਣੀ ਨਾਲ ਪਿਆਰ ਕਰਦੇ ਨੇ, ਪਿਆਰ ਕਰਨਗੇ, ਇਹ ਬਾਣੀ ਲੋਕ ਤੇ ਪਰਲੋਕ ਵਿੱਚ ਜ਼ਿੰਦਗੀ ਦਾ ਆਸਰਾ ਹੈ ਜੀ। ਸਤਿਗੁਰਾਂ ਦੀ ਪਾਵਨ ਬਾਣੀ ਹੈ। ਮਹਾਰਾਜ ਕਹਿੰਦੇ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇੱਕ ਗੱਲ ਯਾਦ ਰੱਖੀਏ, ਬਾਣੀ ਪੜ੍ਹਨੀ ਹੈ ਸ਼ੁੱਧ ਰੂਪ ਅੰਦਰ। ਸਤਿਗੁਰੂ ਕਿਰਪਾ ਕਰਨ, ਸੰਸਾਰ ਦੀਆਂ ਡਿਗਰੀਆਂ, ਸੰਸਾਰ ਦੀ ਵਿਦਿਆ ਅਸੀਂ ਲੈ ਸਕਦੇ ਹਾਂ। ਅੰਮ੍ਰਿਤ ਬਾਣੀ ਸੰਥਿਆ ਕਰਾਂਗੇ, ਕਿਸੇ ਉਸਤਾਦ ਤੋਂ ਪੜ੍ਹਾਂਗੇ ਤਾਂ ਇਸ ਦਾ ਗਿਆਨ ਹੋਵੇਗਾ। ਦਸ਼ਮੇਸ਼ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਇਤਿਹਾਸ ਅੰਦਰ। ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਉਪਦੇਸ਼ ਬਖਸ਼ੋ, ਤਾਂ ਮਹਾਰਾਜ ਕਹਿਣ ਲੱਗੇ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ। ਸ਼ੁੱਧ ਰੂਪ ਅੰਦਰ ਬਾਣੀ ਪੜ੍ਹਨੀ ਹੈ। ਔਰ ਮਹਾਰਾਜ ਦੀ ਇੱਕ ਸਾਖੀ ਵੀ ਆਉਂਦੀ ਹੈ, ਸੰਖੇਪ ਅੰਦਰ ਦੱਸ ਦੇਵਾਂ, ਭਾਵੇਂ ਉੱਤੇ ਭੰਗ ਦਾ ਸੁੱਖੇ ਦਾ ਜ਼ਿਕਰ ਹੈ, ਸਾਖੀ ਵਿੱਚ ਇਤਿਹਾਸਕਾਰਾਂ ਲਿਖਿਆ, ਇੱਕ ਵੱਖਰਾ ਵਿਸ਼ਾ ਹੈ, ਪਰ ਮਹਾਰਾਜ ਨੇ ਜਿਹੜਾ ਉਪਦੇਸ਼ ਦਿੱਤਾ, ਇਤਿਹਾਸਕਾਰ ਕਹਿੰਦੇ ਨੇ ਦਸ਼ਮੇਸ਼ ਪਿਤਾ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਅੱਜ ਸੁੱਖੇ ਦਾ ਭੰਗ ਦਾ ਰਗੜਾ ਲਾਇਆ ਜਾਵੇ। ਤਿਆਰ ਕੀਤੀ ਗਈ। ਮਹਾਰਾਜ ਸਾਰਿਆਂ ਨੂੰ ਕਹਿਣ ਲੱਗੇ, ਸਾਰੇ ਬਾਟਿਆਂ ਵਿੱਚ ਪਾ ਕੇ ਇਸ ਭੰਗ ਨੂੰ, ਇਸ ਦੇਗ ਨੂੰ ਸਾਰਿਆਂ ਨੇ ਮੁੱਖ ਵਿੱਚ ਪਾਉਣਾ, ਪਰ ਅੰਦਰ ਨਹੀਂ ਲਗਾਉਣਾ, ਬਾਹਰ ਕੱਢੀ ਜਾਣਾ ਹੈ, ਕੁਰਲੀਆਂ ਕਰ ਦੇਣੀਆਂ ਨੇ। ਸਾਰੇ ਸਿੱਖਾਂ ਨੇ ਇਸ ਤਰ੍ਹਾਂ ਹੀ ਕੀਤਾ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਨੇ ਬਾਅਦ ਵਿੱਚ ਪੁੱਛਿਆ ਕਿ ਕਿਸੇ ਨੂੰ ਕੋਈ ਨਸ਼ਾ ਹੋਇਆ ਹੈ, ਕੋਈ ਗੱਲ? ਸਾਰੇ ਸਿੱਖ ਮਾਨ ਨਾ ਕਹਿਣ ਲੱਗੇ, ਮਹਾਰਾਜ ਨਸ਼ਾ ਕਾਹਦਾ ਹੋਣਾ ਸੀ, ਜਦੋਂ ਅੰਦਰ ਹੀ ਨਹੀਂ ਕੁਝ ਗਿਆ।
ਮਹਾਰਾਜ ਕਹਿਣ ਲੱਗੇ ਬਸ ਇਸੇ ਤਰ੍ਹਾਂ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਪਰ ਬਹੁਤਾਤ ਅਸੀਂ ਕੁਰਲੀਆਂ ਕਰਦੇ ਹਾਂ ਦਿਖਾਵੇ ਮਾਤਰ ਤੇ ਸਮਾਂ ਪਾਸ ਕਰਨ ਲਈ। ਬਾਣੀ ਪੜ੍ਹਨੀ ਹੈ ਮਨ ਕਰਕੇ, ਤਾਂ ਕਿ ਸਾਡੇ ਜੀਵਨ ਅੰਦਰ ਕੋਈ ਤਬਦੀਲੀ, ਕੋਈ ਰਸ, ਕੋਈ ਚਾਉ ਤੇ ਆਨੰਦ ਆ ਜਾਵੇ। ਸਤਿਗੁਰੂ ਇੱਥੇ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਇਸ ਬਾਣੀ ਨਾਲ ਪਿਆਰ ਜੋੜਾਂਗੇ ਤਾਂ ਇਹ ਬਾਣੀ ਜੀਵਨ ਦੇ ਹਰ ਕਦਮ ਤੇ ਸਾਡਾ ਲੋਕ ਤੇ ਪਰਲੋਕ ਵਿੱਚ ਆਸਰਾ ਹੈ ਜੀ। ਪਰ ਮਹਾਰਾਜ ਕਹਿੰਦੇ ਇਹ ਦਾਤ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ। ਇਹ ਧੁਰ ਕੀ ਬਾਣੀ, ਇਲਾਹੀ ਬਾਣੀ। ਮਹਾਰਾਜ ਕਹਿੰਦੇ ਇਹ ਕਿਸੇ ਦੀ ਆਪਣੀ ਰਚਨਾ ਨਹੀਂ, ਬਲਕਿ ਹਜੂਰ ਦੇ ਬਚਨ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾਲੋ। ਇਹ ਉਹ ਬਾਣੀ ਹੈ। ਮਹਾਰਾਜ ਕਹਿੰਦੇ ਹੋ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਉਹ ਨਾਮ ਦਾ ਮਹਾਨ ਖਜ਼ਾਨਾ ਹੈ। ਹਜੂਰ ਕਹਿੰਦੇ ਖਾਵੈ ਖਰਚੇ ਰਲ ਮਿਲ ਭਾਈ, ਟੋਟ ਨ ਆਵੈ ਵੱਧਦੋ ਜਾਈ। ਯਤਨ ਕਰਾਂਗੇ ਹਰ ਐਤਵਾਰ ਦੇ ਦੀਵਾਨ ਵਿੱਚ ਜਿੱਥੇ ਸਹਿਜ ਪਾਠ ਚੱਲਣੇ ਨੇ, ਉੱਥੇ ਜਿੰਨਾ ਜਿੰਨਾ ਪਾਠ ਹੋਇਆ ਕਰੇਗਾ ਉਹਦੇ ਵਿੱਚੋਂ ਹੀ ਆਪਾਂ ਅੰਮ੍ਰਿਤ ਬਾਣੀ ਦੀ ਵਿਚਾਰ ਕਰਦੇ ਜਾਵਾਂਗੇ। ਇਸ ਦੀਵਾਨ ਦੇ ਇਸ ਸਮੇਂ ਦੇ ਵਿੱਚ ਸਤਿਗੁਰਾਂ ਦੇ ਦਰ ਤੇ ਗੁਰਦੇਵ ਸਤਿਗੁਰੂ ਮਹਾਰਾਜ ਅੱਗੇ ਕਿਰਪਾ ਕਰਦੇ ਜੀ। ਸੱਚਾ ਮਨਾਏ ਆਪਣਾ ਭਾਣਾ, ਸੋਈ ਭਗਤ ਸੁਗੜ ਸੁਜਾਨਾ। ਨਾਨਕ ਤਿਸ ਕੈ ਸਦ ਕੁਰਬਾਨਾ। ਭਾਣੇ ਦਾ ਅਰਥ ਹੈ ਰਜਾ, ਆਗਿਆ। ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਪਾਵਨ ਬਚਨ, ਮਹਾਰਾਜ ਕਹਿੰਦੇ ਉਹ ਥਿਰ ਰਹਿਣ ਵਾਲਾ ਸਥਿਰ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਜੀ, ਸਤਿਗੁਰੂ ਦੀ ਚਰਨ ਸ਼ਰਨ ਵਿੱਚ ਪਾ ਕੇ ਆਪਣੀ ਰਜਾ, ਆਪਣੇ ਭਾਣੇ ਨੂੰ ਆਪ ਮਨਾਉਂਦਾ ਹੈ। ਸੰਗਤ ਜੀ, ਕਦੀ ਜੀਵਨ ਅੰਦਰ ਇਸ ਤਰ੍ਹਾਂ ਦਾ ਸਮਾਂ ਆ ਜਾਵੇ, ਇਸ ਤਰ੍ਹਾਂ ਦੇ ਜੀਵਨ ਦੇ ਜ਼ਿੰਦਗੀ ਦੇ ਪੜਾਅ ਤੇ ਮਨੁੱਖ ਦੇ ਜੀਵਨ ਵਿੱਚ ਸਮਾਂ ਆਉਂਦਾ ਹੈ ਔਰ ਮਨੁੱਖ ਨੂੰ ਉਸ ਵਰਤੇ ਹੋਏ ਭਾਣੇ ਨੂੰ ਮੰਨਣ ਦੇ ਲਈ ਬਹੁਤ ਵੱਡੀ ਤਕਲੀਫ ਮਹਿਸੂਸ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਜੋ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਇਹ ਸ਼ਬਦ ਆਸਰਾ ਹੈ। ਇਹ ਜੀਵਨ ਦੇ ਅੰਦਰ ਸਾਨੂੰ ਪ੍ਰਵਾਸ ਦਿੰਦਾ ਹੈ। ਹਜੂਰ ਕਹਿੰਦੇ ਨੇ ਮਾਲਕ ਦਾ ਭਾਣਾ ਮਾਲਕ ਆਪ ਮਨਾਉਂਦਾ ਹੈ, ਮਾਲਕ ਆਪ ਕਿਰਪਾ ਕਰਦਾ ਹੈ ਜੀ। ਸੋਈ ਭਗਤ ਸੁਗੜ ਸੁਜਾਨਾ। ਉਹ ਸਜਾਨ ਹੈ ਪਰਮੇਸ਼ਰ ਦਾ ਪਿਆਰਾ ਸੇਵਕ, ਜਿਹੜਾ ਮਾਲਕ ਦੇ ਇਸ ਭਾਣੇ ਨੂੰ ਮੰਨਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸੰਗਤ ਜੀ ਸ਼ਬਦ ਜਿਹੜਾ ਹੈ ਸੁਜਾਨਾ ਦੁਮਾਤਰਾ ਆਇਆ ਹੈ। ਸੰਪਰਦਾਇ ਕਹਿੰਦੇ ਨੇ ਦੋਵੇਂ ਉਚਾਰਨ ਕਰਦੇ, ਪਰ ਨਹੀਂ। ਅਜੋਕੇ ਵਿਦਵਾਨਾਂ ਨੇ ਖੋਜ ਕੀਤੀ ਹੈ ਮੂਲ ਜਿਹੜਾ ਹੈ ਅੱਖਰ, ਉਹ ਮੂਲ ਹੈ। ਜਦੋਂ ਇਸ ਤਰ੍ਹਾਂ ਦੁਮਾਤਰਾ ਸ਼ਬਦ ਆਵੇ ਤਾਂ ਉਸ ਦਾ ਦੂਸਰਾ ਭਾਗ ਉਚਾਰਨ ਦਾ ਹਿੱਸਾ ਬਣਾਉਣਾ ਕਿਤੇ ਸਮਾਂ ਬਣਿਆ। ਜਿਹੜੇ ਗੁਰਬਾਣੀ ਅੰਦਰ ਦੁਮਾਤਰੇ ਸ਼ਬਦ ਆਏ ਨੇ, ਆਪਾਂ ਉਹਨਾਂ ਦੀ ਵਿਚਾਰ ਵੀ ਜ਼ਰੂਰ ਕਰਾਂਗੇ। ਸੰਗਤ ਜੀ, ਬਹੁਤ ਚੰਗਾ ਕੁਝ ਵਿਦਵਾਨਾਂ ਨੇ ਪਿਛਲੇ ਦਿਨੀ ਇਸ ਬਾਰੇ ਰਹਾਓ ਸ਼ਬਦ ਤੇ ਦੁਮਾਤਰੇ ਬਾਰੇ ਖੋਜ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਤਿੰਨ ਤਿਸ ਕੈ ਸਦ ਕੁਰਬਾਨਾ। ਮੈਂ ਉਹਨਾਂ ਤੋਂ ਸਦਾ ਕੁਰਬਾਨ ਸਦਕੇ ਹਾਂ ਜਿਹੜੇ ਮਾਲਕ ਦੀ ਰਜਾ ਨੂੰ ਮੰਨ ਲੈਂਦੇ ਨੇ। ਪਰਮਾਤਮਾ ਆਪ ਮਨਾ ਲੈਂਦਾ ਹੈ। ਸਤਿਗੁਰੂ ਅਮਰਦਾਸ ਜੀ ਦੇ ਬਚਨ ਨੇ, ਮਹਾਰਾਜ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਮਹਾਰਾਜ ਦੀ ਆਗਿਆ ਵਿੱਚ ਰਹਾਂਗੇ, ਸੁੱਖ ਨੇ, ਆਨੰਦ ਹੈ, ਚਾਉ ਹੈ। ਸਤਿਗੁਰੂ ਕਿਰਪਾ ਕਰ। ਸਾਧ ਸੰਗਤ ਜੀ, ਸਮਾਂ ਹੋ ਗਿਆ ਹੈ। ਮਹਾਰਾਜ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਕੱਲ੍ਹ ਜੋ ਦਿਨ ਲੰਘ ਕੇ ਗਿਆ ਹੈ 9 ਅਕਤੂਬਰ ਦਾ, ਇਤਿਹਾਸ ਦੇ ਅੰਦਰੋਂ ਮਹਾਨ ਦਿਹਾੜਾ ਹੈ। ਸੰਗਤ ਜੀ, ਜਦੋਂ ਕੌਮ ਦੇ ਅੰਦਰ ਉਹਨਾਂ ਦੋ ਮਰ ਜੀਵੜੇ ਯੋਧਿਆਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਰੱਖ ਕੇ
ਉਸ ਸਮੇਂ ਦੇ ਉਸ ਜ਼ਾਲਮ ਜਰਨਲ ਵੈਦਿਆ ਨੂੰ ਮੌਤ ਦੇ ਘਾਟ ਉਤਾਰ ਕੇ ਕੱਲ੍ਹ ਦੇ ਦਿਹਾੜੇ ਪੂਨੇ ਜੇਲ੍ਹ ਦੇ ਅੰਦਰ ਅੰਮ੍ਰਿਤ ਵੇਲੇ ਮਹਾਰਾਜ ਦੇ ਭਾਣੇ ਵਿੱਚ ਰਹਿੰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ। ਉਹਨਾਂ ਸ਼ਹੀਦਾਂ ਨੂੰ ਆਪਾਂ ਸਦਾ ਯਾਦ ਕਰਨਾ ਹੈ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ। ਉਹਨਾਂ ਦੇ ਮਨਾਏ ਹੋਏ ਦਿਹਾੜੇ ਸਾਡੇ ਸਫਲ ਹੋ ਸਕਦੇ ਨੇ। ਵਿਦਵਾਨ ਕਹਿੰਦੇ ਜਿਨਕੇ ਤੁਮ ਦਿਨ ਮਨਾਤੇ ਹੋ ਉਨਕਾ ਇਰਸ਼ਾਦ ਵੀ ਸਮਝੋ, ਜਿਨਕੇ ਤੁਮ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਮਹਾਰਾਜ ਕਿਰਪਾ ਕਰੇ ਕੌਮੀ ਤੌਰ ਤੇ ਅਸੀਂ ਇੱਕ ਹੋ ਜਾਈਏ। ਸਾਡੇ ਚੱਲਦੇ ਸੰਘਰਸ਼ ਜਿਹੜੇ ਨੇ ਉਹਨਾਂ ਵਿੱਚ ਸਾਨੂੰ ਪ੍ਰਾਪਤੀ ਜਿਹੜੀ ਹੈ ਮਹਾਨ ਬਖਸ਼ਿਸ਼ ਉਹ ਸਦਾ ਰਹੇਗੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।